ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ। ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸ਼ਕ। ਵਿਗਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸ਼ੀਸ਼ਾ। ਬੰਦੋਂ ਵਾਰ ਵਾਰ ਜਗਦੀਸ਼ਾ। ਜਿਸਮੈ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਕੈ ਜਿਤੈ ਪੰਚ ਵਿਕਾਰ। ਤਿਨ ਸੰਤਨ ਕਉ ਵੰਦਨਾ ਸਿਰ ਚਰਨਨ ਪਰਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਦੋਹਰਾ ਮੱਥਾ ਟੇਕਿਓ ਉਣ ਤਬੈ ਪਰਿਓ ਸਿਰਹੰਦੈ ਰਾਟ। ਲੈ ਸਿੰਘ ਸਤਿਗੁਰ ਕਹੀ ਦੇਹੋ ਪੈਸੋ ਭਵਾਨੀ ਨਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਓ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਆਪੋ ਆਪਣੀ ਰਸਨਾ ਨੂੰ ਪਵਿੱਤਰ ਕਰੋ। ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਮੱਥਾ ਟੇਕਿਓ ਉਨ ਤਬੈ ਪਰਿਓ ਸਿਰਹੰਦੈ ਰਾਟ। ਲੈ ਸਿੰਘ ਸਤਿਗੁਰ ਕਹੀ ਹੋ ਪੈਸੋ ਭਵਾਨੀ ਨਾਏ। ਪਿਛਲੇ ਦੀਵਾਨਾਂ ਵਿੱਚ ਆਪਾਂ ਲੜੀ ਦੇ ਵਿੱਚ ਵਿਚਾਰ ਕਰਦੇ ਆ ਰਹੇ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਜੀ। ਅਤੇ ਇਸ ਸਾਬੋ ਕੀ ਤਲਵੰਡੀ ਦਾ ਜਿਹੜਾ ਨਗਰ ਆ, ਇੱਥੋਂ ਦਾ ਚੌਧਰੀ ਸੀ ਚੌਧਰੀ ਡੱਲਾ। ਗੁਰੂ ਪਾਤਸ਼ਾਹ ਜੀ ਚੌਧਰੀ ਡੱਲੇ ਨੂੰ ਲੈ ਕਰਕੇ ਬਠਿੰਡੇ ਦਾ ਜਿੰਨਾ ਵੀ ਇਲਾਕਾ ਮਹਾਰਾਜ ਆਪ ਜਾਂਦੇ ਆ ਉਸ ਇਲਾਕੇ ਦੇ ਵਿੱਚ। ਲੋਕਾਂ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਮਹਾਰਾਜ ਸੁਣਦੇ ਆ, ਸਮਝਦੇ ਆ। ਲੰਮੀ ਤਾਦਾਦ ਵਿੱਚ ਬਠਿੰਡੇ ਦੀ ਧਰਤੀ 'ਤੇ ਸੰਗਤਾਂ ਜੁੜਦੀਆਂ ਨੇ। ਸਤਿਗੁਰੂ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਜਾ ਰਹੀ ਹੈ ਅਤੇ ਸਾਰੀ ਵਿਚਾਰ ਗੋਸ਼ਟੀ ਡੱਲੇ ਨਾਲ ਵੀ ਕੀਤੀ ਜਾ ਰਹੀ, ਕਿਉਂਕਿ ਡੱਲਾ ਇਸ ਇਲਾਕੇ ਦਾ ਭੇਤੀ ਸੀ, ਜਾਣਦਾ ਸੀ।
ਅਤੇ ਡੱਲਾ ਸੀ ਜਿਹੜਾ ਮਹਾਰਾਜ ਨੂੰ ਇਸ ਇਲਾਕੇ ਬਾਰੇ ਦੱਸ ਰਿਹਾ ਹੈ। ਚੌਪਈ ਦਿਆਲ ਸਿੰਘ ਫਤਿਹ ਸਿੰਘ ਭਾਈ ਖੰਡੇ ਪਾਹੁਲ ਦਈ ਗੁਰੂ ਮੰਗਾਈ। ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਜਿੰਨੀਆਂ ਵੀ ਸੰਗਤਾਂ ਸਤਿਗੁਰੂ ਦੇ ਹਜ਼ੂਰ ਜੁੜਦੀਆਂ ਸੀ ਜੀ, ਦਮਦਮਾ ਸਾਹਿਬ ਦੀ ਧਰਤੀ ਹੈ, ਬਠਿੰਡਾ ਹੈ, ਜਿਹੜਾ ਇਹ ਸਾਰਾ ਇਲਾਕਾ ਮਾਲਵੇ ਦਾ, ਜਿੰਨੀਆਂ ਵੀ ਸੰਗਤਾਂ ਜੁੜਦੀਆਂ ਸੀ, ਮਹਾਰਾਜ ਉਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਦੇ ਕੇ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੰਦੇ ਸੀ। ਇੱਥੇ ਜ਼ਿਕਰ ਆਇਆ, ਕਹਿੰਦੇ ਦਿਆਲ ਸਿੰਘ ਫਤਿਹ ਸਿੰਘ ਭਾਈ ਖੰਡੇ ਪਹੁਲ ਦਈ ਗੁਰੂ ਮੰਗਵਾਈ। ਕਹਿੰਦੇ ਦਿਆਲ ਸਿੰਘ ਤੇ ਫਤਿਹ ਸਿੰਘ ਭਾਈ ਸੀ, ਭਾਈ ਕੇ ਚੱਕ ਵਾਲੇ। ਇਹ ਵੀ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੇ ਨੇ। ਖੰਡੇ ਪਹੁਲ ਦੀ ਮੰਗਵਾਈ, ਸਤਿਗੁਰਾਂ ਨੇ ਇਹਨਾਂ ਨੂੰ ਖੰਡੇ ਦੀ ਪਹੁਲ ਭਾਵ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ। ਓਤ ਖਾਨ ਭਾਈ ਰੂਪੈ ਪੋਤੇ ਲਈ ਖੰਡੇ ਪਾਹੁਲ ਪਰਮ ਕਰਮ ਸਿੰਘ ਦੋਤੇ। ਕਹਿੰਦੇ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਭਾਈ ਇੱਕ ਤਰਖਾਣ ਪਰਿਵਾਰ ਦੇ ਵਿੱਚੋਂ ਭਾਈ ਰੂਪੇ ਦੇ ਜਿਹੜੇ ਪੋਤਰੇ ਸੀ, ਰੂਪੇ ਦੇ ਪੋਤਰੇ ਸੀ, ਲਈ ਖੰਡੇ ਪਹੁਲ ਪਰਮ ਕਰਮ ਦੋਤੇ। ਕਹਿੰਦੇ ਪਰਮ ਸਿੰਘ ਤੇ ਕਰਮ ਸਿੰਘ ਇਹ ਭਾਈ ਰੂਪੇ ਦੇ ਦੋਤਰੇ ਸਨ। ਰੂਪੇ ਦੇ ਦੋਤਰਿਆਂ ਨੇ, ਰੂਪੇ ਦੇ ਪੋਤਿਆਂ ਨੇ ਪਾਤਸ਼ਾਹ ਜੀ ਕੋਲੋਂ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕੀਤੀ। ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਦੇ ਆ, ਅੰਮ੍ਰਿਤਪਾਨ ਕਰਦੇ ਆ। ਕਹਿੰਦੇ ਸਤਿਗੁਰ ਮਹਾਰਾਜ ਉਹਨਾਂ ਦਾ ਨਾਮ ਰੱਖਦੇ ਹਨ। ਇੱਕ ਸੋਢੀ ਕੋਠੇ ਕੋ ਕੌਲ ਸਦਾਇਓ, ਸਾਥ ਪੁੱਤਰ ਅਬੈ ਰਾਮ ਕਾਲ ਆਇਓ। ਕਹਿੰਦੇ ਇੱਕ ਉਸ ਇਲਾਕੇ ਦਾ ਸੋਢੀ ਕੌਲ ਸੀ, ਜਿਹੜਾ ਜੀ ਸੋਢੀ ਕੌਲ ਸਦਾਇਓ ਭਾਵ ਕੋਟਕਪੂਰੇ ਦੇ ਕੋਲ ਇੱਥੇ ਕੌਲ ਸੋਢੀ ਦਾ ਇੱਕ ਡੇਰਾ ਸੀ ਜੀ। ਆਪਣੇ ਆਪ ਨੂੰ ਸੋਢੀ ਖਵਾਉਂਦਾ ਸੀ, ਆਪਣੇ ਆਪ ਨੂੰ ਸੋਢੀ ਸਦਵਾਉਂਦਾ ਸੀ। ਮਹਾਰਾਜ ਨੇ ਇਹਨੂੰ ਸੱਦਿਆ, ਸਾਥ ਪੁੱਤਰ ਅਭੈ ਰਾਮ ਕਾਲ ਆਇਓ। ਕਹਿੰਦੇ ਆਪਣੇ ਖਾਨਦਾਨ ਦੇ ਵਿੱਚੋਂ ਅਭੈ ਰਾਮ ਦਾ ਪੁੱਤਰ ਉਹਨੂੰ ਵੀ ਲੈ ਕੇ ਆਉਂਦਾ, ਕਿਉਂਕਿ ਜਿਉਂ-ਜਿਉਂ ਸੰਗਤਾਂ ਨੂੰ ਚਾਨਣ ਹੋ ਰਿਹਾ, ਸੰਗਤਾਂ ਨੂੰ ਪਤਾ ਲੱਗੀ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ, ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗੀ ਜਾਂਦਾ, ਕਹਿੰਦੇ ਤਿਉਂ-ਤਿਉਂ ਸੋਢੀ ਕੌਲ ਆਪਣੇ ਪਰਿਵਾਰ ਵਿੱਚੋਂ ਲੈ ਕੇ ਆਇਆ ਅਤੇ ਹੋਰ ਕੁਝ ਸੰਗਤਾਂ ਪਹੁੰਚਦੀਆਂ ਨੇ। ਜਿਵੇਂ ਆਪਾਂ ਰੂਪੇ ਦੇ ਦੋਤਰਿਆਂ ਦੀ ਗੱਲ ਕੀਤੀ, ਪੋਤਰਿਆਂ ਦੀ ਗੱਲ ਕੀਤੀ, ਮਹਾਰਾਜ ਬਠਿੰਡੇ ਦੀ ਧਰਤੀ ਤੇ ਵਿਰਾਜਮਾਨ ਨੇ। ਸਤਿਗੁਰੂ ਮਹਾਰਾਜ ਖੰਡੇ ਬਾਟੇ ਦੀ ਪਹੁਲ ਵਾਟਾ ਤਿਆਰ ਕੀਤਾ ਹੋਇਆ ਅਤੇ ਸਾਰੀਆਂ ਸੰਗਤਾਂ ਖੰਡੇ ਬਾਟੇ ਦੀ ਪਹੁਲ ਲੈ ਕੇ ਅੰਮ੍ਰਿਤ ਛਕ ਕੇ ਸਿੰਘ ਸਜ ਰਹੀਆਂ ਹਨ। ਸਤਿਗੁਰ ਉਸ ਪਰ ਭਏ ਦਿਆਲ, ਖੰਡੇ ਪਾਹੁਲ ਦੇ ਰਖਿਓ ਨਾਲ। ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਨੌਜਵਾਨ ਨੂੰ, ਜਿਵੇਂ ਆਪਾਂ ਪਿੱਛੇ ਗੱਲ ਕਰਕੇ ਆਏ ਹਾਂ ਜੀ, ਭਾਈ ਰਾਮ ਦੇ ਪੁੱਤਰ, ਉਹਦੇ ਖਾਨਦਾਨ ਵਿੱਚੋਂ ਸਤਿਗੁਰੂ ਮਹਾਰਾਜ ਉਸ ਨੌਜਵਾਨ ਸਿੰਘ ਸਜੇ ਦੇਖ ਕੇ ਮਹਾਰਾਜ ਬੜੇ ਪ੍ਰਸੰਨ ਹੁੰਦੇ ਆ। ਜਿਉਂ-ਜਿਉਂ ਨੌਜਵਾਨ ਖੰਡੇ ਬਾਟੇ ਦੀ ਪਹੁਲ ਲੈਂਦੇ ਆ ਨਾ, ਅੰਮ੍ਰਿਤ ਛਕਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਤਰੁੱਠ ਰਹੇ ਨੇ, ਬੜਾ ਖੁਸ਼ ਹੋ ਰਹੇ ਨੇ ਵੀ ਚਲੋ ਜਵਾਨੀ ਚੰਗੇ ਪਾਸੇ ਮੁੜ ਰਹੀ ਹੈ। ਨਹੀਂ ਤਾਂ ਆਪਾਂ ਵੇਖਦੇ ਹਾਂ ਜੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ। ਜੇ ਜਵਾਨੀ ਨੂੰ ਕੋਈ ਮੋੜਨ ਵਾਲਾ ਹੋਵੇ, ਜਵਾਨੀ ਮੁੜ ਸਕਦੀ ਹੈ, ਚੰਗੇ ਪਾਸੇ ਤੁਰ ਸਕਦੀ ਹੈ। ਨਹੀਂ ਤਾਂ ਨਸ਼ੇ ਦਾ ਦਰਿਆ ਵਹਿ ਰਿਹਾ ਇਸ ਪੰਜਾਬ ਦੀ ਧਰਤੀ 'ਤੇ, ਕਿੰਨਾ ਨਸ਼ਾ ਹੈ, ਨਸ਼ੇ ਨੇ ਮੱਤ ਮਾਰ ਰੱਖੀ ਹੈ ਲੋਕਾਂ ਦੀ। ਪਰ ਇੱਥੇ ਸਤਿਗੁਰੂ ਮਹਾਰਾਜ ਨੌਜਵਾਨਾਂ ਨੂੰ, ਜਦੋਂ ਕੋਈ ਨੌਜਵਾਨ ਖੰਡੇ ਬਾਟੇ ਦੀ ਪਹੁਲ ਲੈਂਦਾ, ਅੰਮ੍ਰਿਤ ਛਕਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਬੜਾ ਤਰੁੱਠਦੇ ਨੇ, ਬੜਾ ਦਿਆਲ ਹੁੰਦੇ ਨੇ। ਸਤਿਗੁਰ ਉਸ ਪਰ ਭਏ ਦਿਆਲ। ਕਹਿੰਦੇ ਸਤਿਗੁਰੂ ਨੌਜਵਾਨ ਜਿਹੜੇ ਸਿੰਘ ਸਜਦੇ ਹਨ, ਮਹਾਰਾਜ ਉਹਨਾਂ ਤੇ ਦਿਆਲ ਹੁੰਦੇ ਹਨ। ਇਤਨਕ ਸਤਿਗੁਰ ਬਾਤ ਸੁਨਾਈ, ਹੈ ਭਾਂਡਾ ਵਤ ਪੜੈ ਜੋ ਪਾਈ। ਸਤਿਗੁਰੂ ਮਹਾਰਾਜ ਬਚਨ ਬਿਲਾਸ ਕਰਦੇ ਨੇ। ਜਿਉਂ-ਜਿਉਂ ਨੌਜਵਾਨ ਖੰਡੇ ਬਾਟੇ ਦੀ ਪਹੁਲ ਲੈਂਦੇ ਆ, ਸਤਿਗੁਰਾਂ ਜੀ ਦੇ ਨਾਲ ਮਹਾਰਾਜ ਨੌਜਵਾਨਾਂ ਨੂੰ ਨਾਲ ਹੀ ਰੱਖਦੇ ਆ। ਕਹਿੰਦੇ ਭਾਈ ਨੌਜਵਾਨੋ, ਸਾਡੇ ਨਾਲ ਹੀ ਤੁਰੋ ਤੁਸੀਂ। ਜਿਉਂ-ਜਿਉਂ ਸਤਿਗੁਰੂ ਮਹਾਰਾਜ ਖੰਡੇ ਦੀ ਪਹੁਲ ਛਕਾਉਂਦੇ ਆ ਅਤੇ ਬਚਨ ਕਰਦੇ ਆ, ਹੈ ਭਾਂਡਾ ਵਥ ਪੜੈ ਸੋ ਜਾਈ। ਸਤਿਗੁਰੂ ਜੀ ਕਹਿਣ ਲੱਗੇ, ਵੇਖੀਏ ਭਲਾ ਭਾਂਡਾ ਚੰਗਾ ਲੱਗਦਾ, ਇਸ ਭਾਂਡੇ ਵਿੱਚ ਵਸਤੂ ਪੈ ਜਾਂਦੀ ਹੈ। ਕਹਿੰਦੇ ਜੇ ਭਾਂਡਾ ਖਾਲੀ ਹੋਵੇ
ਅਸੀਂ ਭਾਂਡੇ ਨੂੰ ਭਰ ਸਕਦੇ ਹਾਂ। ਮਹਾਰਾਜ ਨੌਜਵਾਨਾਂ ਨਾਲ ਗੋਸ਼ਟੀ ਕਰ ਰਹੇ ਨੇ, ਵਿਚਾਰ ਕਰ ਰਹੇ ਨੇ, ਭਾਈ ਜਦੋਂ ਗੁਰੂ ਕੋਲ ਆਉਣਾ ਹੈ, ਗੁਰੂ ਦਰਬਾਰ ਵਿੱਚ ਪਹੁੰਚਣਾ ਹੈ, ਗੁਰੂ ਦਰ 'ਤੇ ਸੇਵਾਵਾਂ ਕਰਨੀਆਂ ਨੇ, ਮਹਾਰਾਜ ਕਹਿੰਦੇ ਉਦੋਂ ਭਾਂਡਾ ਬਿਲਕੁਲ ਖਾਲੀ ਲੈ ਕੇ ਆਇਆ ਕਰੋ। ਭਾਵ ਕੀ ਹੈ ਇਹਦਾ? ਸਾਡਾ ਮਨ ਰੂਪੀ ਭਾਂਡਾ ਬਿਲਕੁਲ ਖਾਲੀ ਹੋਵੇ। ਜਦੋਂ ਮਨ ਰੂਪੀ ਭਾਂਡਾ ਖਾਲੀ ਹੋਵੇਗਾ ਤਾਂ ਗੁਰੂ ਦੀਆਂ ਬਖਸ਼ਿਸ਼ਾਂ, ਗੁਰੂ ਦੀਆਂ ਰਹਿਮਤਾਂ ਸਾਡੇ ਭਾਂਡੇ ਵਿੱਚ ਬਹਿ ਜਾਣਗੀਆਂ, ਸਾਡੇ ਮਨ ਵਿੱਚ ਗੁਰੂ ਦੀ ਵਿਚਾਰ ਬਹਿ ਜਾਵੇਗੀ। ਇਹ ਵਚਨ ਵਿਲਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨਾਲ ਕਰ ਰਹੇ ਹਨ। ਸੋਢੀ ਕੌਲ ਕਹੋ ਪਾਸ ਸਦਾਵੈ, ਪ੍ਰਾਤ ਉਠ ਨਿਤ ਦਰਸ਼ਨ ਪਾਵੈ। ਕਹਿੰਦੇ ਸੋਢੀ ਕੌਲ ਜੋ ਨੇੜੇ ਉਹਦਾ ਡੇਰਾ ਸੀ ਜੀ, ਇੱਧਰ ਮਾਲਵੇ ਇਲਾਕੇ ਵਿੱਚ, ਸੋਢੀ ਕੌਲ ਜੀ ਨੇ, ਸਤਿਗੁਰਾਂ ਜੀ ਨੇ ਆਪਣੇ ਕੋਲ ਬੁਲਾਇਆ ਉਹਨੂੰ, ਸੋਢੀ ਕੌਲ ਨੂੰ। ਪ੍ਰਾਂਤ ਉੱਠ ਨਿਤ ਦਰਸ਼ਨ ਭਾਵ ਅੰਮ੍ਰਿਤ ਵੇਲੇ ਉੱਠ ਕੇ ਹਰ ਰੋਜ਼ ਪਹਿਲਾਂ ਉਹ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ। ਦੋਹਰਾ ਸਤਿਗੁਰ ਬੈਠ ਸੋ ਦਮ ਦਮੈ, ਲਿਖਣ ਕੜ ਸੁਟ ਦੇ ਹਮਰੀ ਕਾਸ਼ੀ ਯਹ ਪਈ, ਆਏ ਮੂਰਖ ਇਹਾਂ ਪੜੇ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਬੋ ਕੀ ਤਲਵੰਡੀ ਤੇ ਬਹਿ ਕੇ ਬਚਨ ਵਿਲਾਸ ਕੀਤੇ। ਸਤਿਗੁਰੂ ਜੀ ਜਦੋਂ ਦਮਦਮਾ ਸਾਹਿਬ ਨਿਵਾਸ ਕਰਦੇ ਆ, ਮਹਾਰਾਜ ਨੇ ਇੱਥੇ ਬੜੇ ਚੋਜ ਕੀਤੇ, ਕੌਤਕ ਵਰਤਾਏ। ਕਹਿੰਦੇ ਸਤਿਗੁਰ ਮਹਾਰਾਜ, ਇੱਕ ਗੁਰਦੁਆਰਾ ਬਣਿਆ ਜੀ ਲਿਖਣਸਰ ਗੁਰਦੁਆਰਾ, ਜਿੱਥੇ ਮਹਾਰਾਜ ਬਹਿ ਕੇ ਲਿਖਿਆ ਕਰਦੇ ਸੀ। ਬੜਾ ਕੁਝ ਲਿਖਿਆ ਮਹਾਰਾਜ ਨੇ ਇੱਥੇ ਬਹਿ ਕੇ। ਕਹਿੰਦੇ ਲਿਖਣਸਰ ਸਰੋਵਰ ਦੇ ਕੰਢੇ ਤੇ ਮਹਾਰਾਜ ਕਹਿੰਦੇ ਜਲ ਪ੍ਰਵਾਹ ਕਰ ਦਿੰਦੇ ਆ ਲਿਖ ਕੇ, ਬੜਾ ਕੁਝ ਲਿਖਦੇ ਆ। ਮਹਾਰਾਜ ਵਚਨ ਕਰਦੇ, ਹਮਰੀ ਕਾਸ਼ੀ ਜਹ ਬਈ, ਆਏ ਮੂਰਖ ਇਹਾਂ ਪੜੇ। ਕਹਿੰਦੇ ਇੱਥੇ ਸਤਿਗੁਰਾਂ ਜੀ ਨੇ ਵਚਨ ਕੀਤਾ ਸੰਗਤਾਂ ਸਾਹਮਣੇ, ਕਹਿੰਦੇ ਭਾਈ ਅੱਜ ਤੋਂ ਇਹ ਤਲਵੰਡੀ ਨਹੀਂ, ਇਹ ਮੇਰੀ ਕਾਂਸ਼ੀ ਬਣ ਗਈ। ਇੱਥੇ ਜਿਹੜਾ ਮੂਰਖ ਆਵੇਗਾ, ਭਾਵ ਕੋਈ ਵੀ ਆਵੇਗਾ ਜਿਹਨੂੰ ਬਿਲਕੁਲ ਅੱਖਰ ਦਾ ਗਿਆਨ ਵੀ ਨਹੀਂ ਹੈ, ਸਤਿਗੁਰਾਂ ਦੀ ਬਖਸ਼ਿਸ਼, ਸਤਿਗੁਰਾਂ ਦੀ ਰਹਿਮਤ, ਸਤਿਗੁਰਾਂ ਦੀ ਕਿਰਪਾ ਨਾਲ ਕਹਿੰਦੇ ਇੱਥੋਂ ਬੜੇ ਬੜੇ ਚਾਤਰ, ਸਿਆਣੇ, ਪੰਡਤ, ਗਿਆਨੀ ਬਣਨਗੇ। ਮਹਾਰਾਜ ਨੇ ਬਚਨ ਕੀਤਾ ਸੀ ਜੀ, ਤਾਂ ਹੀ ਆਪਾਂ ਕਹਿੰਦੇ ਹਾਂ ਗੁਰੂ ਕੀ ਕਾਸ਼ੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਸੀ ਵੀ ਸਾਡੀ ਇਹ ਕਾਂਸ਼ੀ ਹੈ, ਕਿਉਂਕਿ ਪੁਰਾਣਾ ਸਮਾਂ ਸੀ, ਕਾਂਸ਼ੀ ਦੇ ਵਿੱਚ ਪੰਡਤ ਪੜ੍ਹਾਉਂਦੇ ਸੀ ਜਾਂ ਉੱਥੇ ਵਿੱਦਿਆ ਦਾ ਉਹਨੂੰ ਮੇਨ ਧੁਰਾ ਮੰਨਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਾਡੀ ਕਾਂਸ਼ੀ ਕੇਵਲ ਇਹ ਦਮਦਮਾ ਸਾਹਿਬ ਦੀ ਧਰਤੀ ਹੈ ਭਾਈ। ਇੱਥੇ ਆ ਕੇ ਜੋ ਵੀ ਲਿਖੂਗਾ, ਇੱਥੇ ਆ ਕੇ ਜੋ ਵੀ ਪੜ੍ਹੂਗਾ, ਕਹਿੰਦੇ ਉਹ ਵਿਦਵਾਨ, ਸਿਆਣਾ, ਪੰਡਤ ਬਣ ਜਾਵੇਗਾ। ਸਤਿਗੁਰੂ ਜੀ ਨੇ ਇਸ ਧਰਤੀ ਨੂੰ ਕਾਂਸ਼ੀ ਦਾ ਖਿਤਾਬ ਦਿੱਤਾ। ਗੁਰੂ ਕਾਂਸੀ ਸ਼੍ਰੀ ਦਮਦਮਾ ਸਾਹਿਬ ਇਹਨੂੰ ਆਪਾਂ ਕਹਿ ਕੇ ਨਿਵਾਜਦੇ ਹਾਂ ਜੀ। ਮਹਾਰਾਜ ਨੇ ਇਹ ਬਚਨ ਵਿਲਾਸ ਇੱਥੇ ਸੰਗਤਾਂ ਦੇ ਸਾਹਮਣੇ ਕੀਤੇ। ਚੌਪਈ ਮਹਾਰਾਜ ਵਾਲੇ ਪੀ ਸਭ ਚਲ ਆਏ, ਭੈਸ ਕੋੜੇ ਔਰ ਦਸਵੰਦ ਚੜਾਏ। ਕਹਿੰਦੇ ਮਹਾਰਾਜ ਦੇ ਜਿਹੜੇ ਉੱਥੋਂ ਦਾ ਨਗਰ ਸੀ ਜੀ ਮਹਾਰਾਜ ਦੇ ਲੋਕ ਵੀ ਮਹਾਰਾਜ ਜੀ ਦੇ ਪਾਸ ਜਥੇਬੰਦ ਹੋ ਕੇ ਆ ਗਏ, ਕਿਉਂਕਿ ਮਾਲਵੇ ਦੇ ਇਲਾਕੇ ਦੇ ਜਿੰਨੇ ਵੀ ਜਾਂ ਸੰਗਤਾਂ ਸੀ, ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਦਾ ਗਿਆ ਕਿ ਮਹਾਰਾਜ ਦੇ ਦਰ 'ਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ, ਅੰਮ੍ਰਿਤ ਛਕਣ ਵਾਸਤੇ ਲੰਮੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਨੇ। ਕਹਿੰਦੇ ਭੈਸ ਘੋੜੇ ਔਰ ਦਸਵੰਧ ਚੜਾਏ। ਕੋਈ ਮੱਝਾਂ ਭੇਟ ਕਰਦਾ ਹੈ, ਕੋਈ ਘੋੜੇ ਭੇਟ ਕਰਦਾ, ਕੋਈ ਦਸਵੰਧ ਚੜਾ ਰਿਹਾ। ਜਿੰਨਾ ਵੀ ਸੀ ਉਹਨਾਂ ਲੋਕਾਂ ਕੋਲ, ਸੰਗਤਾਂ ਕੋਲ ਜੋ ਆਪਣੇ ਘਰ ਵਿੱਚ ਸੀ, ਉਹ ਸਭ ਕੁਝ ਗੁਰੂ ਨੂੰ ਭੇਟ ਕੀਤਾ ਜਾ ਰਿਹਾ ਹੈ। ਕੌਲ ਬੇਟੇ ਦੋ ਸਿੰਘ ਪਏ, ਰਾਮ ਸਿੰਘ ਔ ਤਿਲੋਕਾ ਸਿੰਘ ਸਦਏ। ਕਹਿੰਦੇ ਜਿਹੜਾ ਸੋਢੀ ਕੌਲ ਸੀ ਨਾ, ਸੋਢੀ ਕੌਲ ਜਿਹਨੇ ਆਪਣਾ ਇੱਕ ਮੱਤ ਚਲਾਇਆ ਹੋਇਆ ਸੋਢੀਆਂ ਦੇ ਵਿੱਚੋਂ, ਕਹਿੰਦੇ ਉਹਦੇ ਦੋ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਦੇ ਆ, ਅੰਮ੍ਰਿਤ ਛਕਦੇ ਆ। ਕਹਿੰਦੇ ਦੋਵੇਂ ਪੁੱਤਰ, ਇੱਕ ਦਾ ਨਾਮ ਰਾਮ ਸਿੰਘ ਰੱਖ ਦਿੱਤਾ, ਇੱਕ ਦਾ ਨਾਮ ਭਾਈ ਤਿਲੋਕਾ ਸਿੰਘ ਰੱਖ ਦਿੱਤਾ। ਗੁਰੂ ਪਾਤਸ਼ਾਹ ਜੀ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਖੰਡੇ ਬਾਟੇ ਦੀ ਪਹੁਲ ਲੈ ਕੇ, ਉਹ ਦੋਵੇਂ ਹੀ ਪੁੱਤਰ ਸਤਿਗੁਰੂ ਮਹਾਰਾਜ ਜੀ ਕੋਲ
ਸੱਜ ਜਾਂਦੇ ਹਨ। दोहरा एक समेत है मद मुल्क हुई बरखे की लोड़ आए गुरु जी डिग खड़ी सब संगत हथ जोड़। ਹੁਣ ਇੱਥੇ ਜਿਹੜੀ ਅਗਲੀ ਸਾਖੀ ਚੱਲ ਰਹੀ ਹੈ ਜੀ, ਚੱਲਣੀ ਹੈ। ਪਿਛਲੇ ਦੀਵਾਨਾਂ ਵਿੱਚ ਆਪਾਂ ਜਿਹੜਾ ਵਿਚਾਰ ਕਰਦੇ ਆ ਰਹੇ ਸੀ, ਇੱਕ ਲੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮੇ ਤੋਂ ਮਾਲਵੇ ਦੀ ਜਿੰਨੇ ਵੀ ਨਗਰ ਨੇ ਨੇੜੇ ਨੇੜੇ ਉਧਰ ਵਿਚਰਦੇ ਆ, ਅਤੇ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਬਠਿੰਡਾ ਜਾਣਾ ਜਾਂ ਹੋਰ ਜਿੰਨੇ ਵੀ ਨਗਰ ਨੇ ਵਿਚਰੇ ਮਹਾਰਾਜ। ਅੱਗੇ ਸਾਖੀ ਸ਼ੁਰੂ ਹੁੰਦੀ ਹੈ ਜੀ, ਬਰਖਾਓ ਮਾਲਵੇ ਕੀ ਸਾਖੀ। ਮਾਲਵੇ ਨੂੰ ਮਹਾਰਾਜ ਨੇ ਇੱਕ ਵਚਨ ਦਿੱਤਾ, ਸਤਿਗੁਰੂ ਮਾਲਵੇ ਨੂੰ ਤਾਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਰਤਨ ਸਿੰਘ ਜੀ ਲਿਖ ਰਹੇ ਨੇ, ਰਤਨ ਸਿੰਘ ਜੀ ਕਹਿੰਦੇ, ਇੱਕ ਸਮੇਂ ਤਹਿ ਮੱਧ ਮੁਲਕ ਹੋਈ ਬਰਖੇ ਕੀ ਲੋੜ। ਕਹਿੰਦੇ ਇੱਕ ਸਮਾਂ ਐਸਾ ਆ ਗਿਆ ਕਿ ਮਾਲਵੇ ਦੀ ਧਰਤੀ ਤੇ ਬਿਲਕੁਲ ਵਰਖਾ ਨਹੀਂ ਹੋ ਰਹੀ ਸੀ। ਕਿਉਂਕਿ ਜਿਹੜਾ ਪੁਰਾਣਾ ਸਮਾਂ ਤੁਸੀਂ ਪੜ੍ਹੋਗੇ ਨਾ ਜੀ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਫਸਲਾਂ ਸੀ ਉਹ ਵਰਖਾ ਦੇ ਆਸਰੇ ਹੁੰਦੀਆਂ ਸੀ। ਜੇ ਮੀਂਹ ਪੈ ਜਾਂਦਾ ਤਾਂ ਫਸਲ ਹੋ ਜਾਂਦੀ, ਨਹੀਂ ਤਾਂ ਕਿੱਥੇ ਫਸਲਾਂ ਹੁੰਦੀਆਂ ਸੀ। ਪੁਰਾਣਾ ਸਮਾਂ ਸੀ ਨਾ, ਮੀਂਹ ਪੈ ਜਾਂਦਾ ਤਾਂ ਫਸਲ ਹੋ। ਹੁਣ ਸਤਿਗੁਰੂ ਮਹਾਰਾਜ ਅੰਤਰਜਾਮੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਵਾਤਾਵਰਨ ਨਾਲ ਜੁੜੇ ਹੋਏ ਮਹਾਰਾਜ, ਪਲ ਪਲ ਦੀ ਖਬਰ ਰੱਖਣ ਵਾਲੇ ਸੀ। ਕਹਿੰਦੇ ਇੱਕ ਦਿਨ ਮਾਲਵੇ ਦੇ ਜਿੰਨੇ ਵੀ ਲੋਕ ਨੇ ਇਕੱਠੇ ਹੋ ਕੇ, ਉਹਨਾਂ ਨੇ ਪਹਿਲਾਂ ਤਾਂ ਵਿਚਾਰਿਆਂ ਨੇ ਬੀਜ ਫਸਲ ਬੀਜੀ ਸੀ ਨਾ ਜਿਹੜੀ, ਕਹਿੰਦੇ ਫਸਲਾਂ ਬੀਜੀਆਂ ਬੜੇ ਚਾਅ ਨਾਲ, ਹਰੀਆਂ ਭਰੀਆਂ ਫਸਲਾਂ। ਕਹਿੰਦੇ ਕੀ ਵਾਪਰਦਾ ਹੈ, ਕਹਿੰਦੇ ਉੱਥੇ ਹਰੀਆਂ ਭਰੀਆਂ ਫਸਲਾਂ ਸੁੱਕ ਗਈਆਂ। ਪਾਣੀ ਦੇ ਕਾਰਨ ਫਸਲ ਸੁੱਕ ਜਾਂਦੀ ਹੈ ਜੀ, ਜੇ ਪਾਣੀ ਨਾ ਮਿਲੇ ਫਸਲ ਨੂੰ। ਵਰਖਾ ਨਾ ਹੋਈ, ਫਸਲਾਂ ਪੀਲੀਆਂ ਪੈ ਗਈਆਂ, ਸੁੱਕ ਜਾਂਦੀਆਂ ਹਨ। ਕਹਿੰਦੇ ਕੁਝ ਵੀ ਪੱਲੇ ਨਾ ਪਿਆ। ਮਾਲਵੇ ਦੇ ਲੋਕ ਉਦਾਸ ਹੋ ਗਏ, ਕਿਉਂਕਿ ਜਿਹੜਾ ਪੁਰਾਣਾ ਸਮਾਂ ਸੀ ਜੀ, ਉਹ ਫਸਲਾਂ ਦੇ ਨਾਲ ਹੀ ਕੰਮ ਕਾਰੋਬਾਰ ਚੱਲਦਾ ਸੀ। ਹਰ ਇੱਕ ਵਰਗ ਦਾ ਕਹਿ ਲਓ, ਫਸਲ ਦੇ ਨਾਲ ਹੀ ਕਾਰੋਬਾਰ ਚੱਲਦਾ ਸੀ। ਪੈਸੇ ਤਾਂ ਇੰਨੇ ਹੈ ਨਹੀਂ ਸੀ, ਫਸਲ ਦੇ ਨਾਲ ਹੀ ਸਾਰੇ ਕੰਮ ਕਾਜ ਚੱਲਦੇ ਸੀ। ਕਹਿੰਦੇ ਆਏ ਗੁਰੂ ਜੀ ਢਿੱਗ ਖੜੀ ਸਭ ਸੰਗਤ ਹੱਥ ਜੋੜ। ਕਹਿੰਦੇ ਇੱਥੇ ਹੀ ਦਮਦਮਾ ਸਾਹਿਬ ਦੀ ਧਰਤੀ ਤੇ, ਇਸ ਤਖਤ ਵਾਲੀ ਜਗ੍ਹਾ ਤੇ ਜਿੱਥੇ ਅੱਜ ਤਖਤ ਬਣਿਆ ਜੀ, ਇਹ ਜਗ੍ਹਾ ਦੇ ਉੱਤੇ ਮਹਾਰਾਜ ਕਹਿੰਦੇ ਵੱਡੀਆਂ ਸੰਗਤਾਂ ਗੁਰੂ ਪਾਤਸ਼ਾਹ ਦੇ ਹਜ਼ੂਰ ਹੱਥ ਜੋੜ ਕੇ ਖੜੀਆਂ ਹਨ। ਚੌਪਈ ਆਏ ਸਭਨ ਇਮ ਬਾਤ ਸੁਣਾਈ ਮੰਗਣ ਬਰਖਾ ਸੰਗਤ ਆਈ। ਕਹਿੰਦੇ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਜਿਹੜੀਆਂ ਗੁਰੂ ਪਾਤਸ਼ਾਹ ਦੇ ਕੋਲ, ਸੱਚੇ ਪਾਤਸ਼ਾਹ ਦੇ ਕੋਲ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ, ਜਿੰਨੇ ਵੀ ਵਸਨੀਕ ਸੇ ਨੇੜੇ ਨੇੜੇ ਇਲਾਕੇ ਦੇ, ਨੇੜੇ ਨੇੜੇ ਇਲਾਕੇ ਦੀਆਂ ਜਿੰਨੀਆਂ ਵੀ ਸੰਗਤਾਂ ਨੇ, ਸਾਰੀਆਂ ਸੰਗਤਾਂ ਨੇੜਿਆ ਖੜਦੀਆਂ ਨੇ। ਮੰਗਨ ਬਰਖਾ ਸੰਗਤ ਆਈ ਗਰੀਬ ਨਿਵਾਜ। ਅਸੀਂ ਤੁਹਾਡੇ ਚਰਨਾਂ ਵਿੱਚ ਪਹੁੰਚੇ ਹਾਂ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਸੀਂ ਤੁਹਾਡੀ ਹਜ਼ੂਰੀ ਵਿੱਚ ਪਹੁੰਚੇ ਹਾਂ। ਹੇ ਵਾਹਿਗੁਰੂ ਰਹਿਮਤ ਕਰੋ, ਕਿਰਪਾ ਕਰੋ। ਮਹਾਰਾਜ ਸੰਗਤਾਂ ਬਰਖਾ ਮੰਗ ਰਹੀਆਂ ਹਨ, ਸੰਗਤਾਂ ਬਰਖਾ ਮੰਗ ਰਹੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਕਿਰਪਾ ਕਰੋ, ਰਹਿਮਤ ਕਰੋ ਸਾਡੀਆਂ ਫਸਲਾਂ ਨੇ। ਕਿਉਂਕਿ ਸਾਰੀਆਂ, ਕਿਉਂਕਿ ਜਿੰਨੇ ਵੀ ਲੋਕ ਹੁੰਦੇ ਸੀ ਜੀ ਮਹਾਰਾਜ ਕੋਲ ਜਾਂਦੇ ਸੀ, ਫਸਲਵਾੜੀ ਦੀ ਅਰਦਾਸ ਕਰਾਉਣ ਵੀ ਜਾਂਦੇ ਸੀ, ਘਰ ਪਰਿਵਾਰ ਦੀ ਅਰਦਾਸ ਬੇਨਤੀ ਹੁੰਦੀ, ਸਾਰੇ ਜਾਂਦੀਆਂ ਸੀ ਸੰਗਤਾਂ। ਮਹਾਰਾਜ ਕਿਰਪਾ ਕਰੋ, ਫਸਲਾਂ ਦਾ ਬੜਾ ਬੁਰਾ ਹਾਲ ਹੋ ਗਿਆ, ਕੋਈ ਨਾ ਕੋਈ ਕਿਰਪਾ ਤਾਂ ਮਹਾਰਾਜ ਵਰਤਾਓ ਸਾਡੇ ਤੇ। ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ। ਉਹ ਸਾਰੇ ਇਲਾਕੇ ਦੀ ਖਬਰ, ਕੋਈ ਕਿਹੜੇ ਇਲਾਕੇ ਤੋਂ ਆਇਆ, ਕੋਈ ਕਿਹੜੇ ਇਲਾਕੇ ਤੋਂ ਆਇਆ, ਕੋਈ ਕਿਹੜੇ ਨਗਰ ਤੋਂ ਪਹੁੰਚਿਆ, ਸਾਰੀਆਂ ਸੰਗਤਾਂ ਨੇ ਸੱਚੇ ਪਾਤਸ਼ਾਹ ਦੇ ਹਜ਼ੂਰ ਖਲੋ ਕੇ ਆਪੋ ਆਪਣੇ ਇਲਾਕੇ ਦੀ ਖਬਰ ਦਿੱਤੀ। ਤੇ ਮੰਗਨ ਵਰਖਾ ਸੰਗਤ ਆਈ। ਸੰਗਤ ਗੁਰੂ ਕੋਲੋਂ ਕੀ ਅਰਦਾਸ ਕਰਵਾਉਂਦੀ ਹੈ? ਸਤਿਗੁਰ ਦੀ ਅਰਦਾਸ ਕਰਾਏ ਭਈ ਬਰਖਾ ਬਹੁਤ ਅਬਹੀ ਆਏ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੋ ਰਹਿਮਤ ਕਰੋ, ਕਿਰਪਾ ਕਰੋ, ਸਾਡਾ ਕਾਰੋਬਾਰ, ਸਾਡੀਆਂ ਫਸਲਾਂ ਦੁਬਾਰਾ ਫਿਰ ਹਰੀਆਂ ਭਰੀਆਂ ਹੋ ਜਾਣ। ਦਮਦਮੇ ਦੇ ਲੋਕ ਕਹਿੰਦੇ, ਬਠਿੰਡੇ ਇਲਾਕੇ ਦੇ ਲੋਕ ਕਹਿਣ ਲੱਗੇ, ਮਹਾਰਾਜ ਸਾਡੇ ਮਾਲਵੇ ਦੀ ਧਰਤੀ ਤੇ ਕਿਰਪਾ ਕਰੋ, ਇੱਥੇ ਤਾਂ ਫਸਲਾਂ ਹੋ ਨਹੀਂ ਰਹੀਆਂ। ਮਹਾਰਾਜ ਜਿੱਥੇ ਜੀ ਦੂਰ ਅੰਦੇਸੀ ਸੀ, ਮਹਾਰਾਜ ਨੂੰ ਸਾਰਾ ਗਿਆਨ ਸੀ, ਉਹਨਾਂ ਨੂੰ ਫਸਲਾਂ ਬਾਰੇ ਵੀ ਗਿਆਨ ਹੈ, ਸਾਰੀ ਚੀਜ਼ ਬਾਰੇ ਮਹਾਰਾਜ ਨੂੰ ਗਿਆਨ ਹੈ। ਮਹਾਰਾਜ ਅੰਤਰਜਾਮੀ ਨੇ ਨਾ। ਕਹਿੰਦੇ
ਸਤਿਗੁਰ ਦੀ ਅਰਦਾਸ ਕਰਾਏ। ਸਤਿਗੁਰ ਸੱਚੇ ਪਾਤਸ਼ਾਹ ਨੇ 5 ਸਿੰਘਾਂ ਤੋਂ ਅਰਦਾਸ ਕਰਵਾਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ। ਕਿਉਂਕਿ ਕਰਨ ਵਾਲਾ ਤਾਂ ਪ੍ਰਮਾਤਮਾ ਹੀ ਹੁੰਦਾ ਜੀ। ਉਹ ਅਕਾਲ ਪੁਰਖ ਵਾਹਿਗੁਰੂ ਹੀ ਕਰਦਾ ਜੋ ਕੁਝ ਵਾਪਰਦਾ ਵਰਤਾਰਾ। ਮਹਾਰਾਜ ਨੂੰ ਮੌਸਮ ਬਾਰੇ ਕਹਿ ਲਓ, ਵਾਤਾਵਰਨ ਬਾਰੇ ਕਹਿ ਲਓ, ਵੱਡੀ ਜਾਣਕਾਰੀ ਸੀ, ਡੂੰਘੀ ਜਾਣਕਾਰੀ ਰੱਖਦੇ ਸੀ। ਮਹਾਰਾਜ ਨੂੰ ਪਤਾ ਸੀ ਵੀ ਇਹ ਵੇਲਾ ਹੁਣ ਵਰਖਾ ਦਾ ਹੈ। ਮਹਾਰਾਜ ਨੇ ਅਰਦਾਸ ਵੀ ਕਰਾਈ, ਗੁਰੂ ਸਾਹਿਬ ਦੇ ਸਿੰਘਾਂ ਦੀ ਅਰਦਾਸ ਕਬੂਲ ਵੀ ਹੋਈ। ਕਹਿੰਦੇ ਭਈ ਵਰਖਾ ਬਹੁ ਤਬ ਹੀ ਆਏ। ਕਹਿੰਦੇ ਅਰਦਾਸ ਤੋਂ ਬਾਅਦ ਕੁਝ ਸਮੇਂ ਬਾਅਦ, ਕੁਝ ਟਾਈਮ ਬਾਅਦ ਸਤਿਗੁਰ ਦੀ ਐਸੀ ਅਪਾਰ ਕਿਰਪਾ ਰਹਿਮਤ ਹੋਈ। ਕਹਿੰਦੇ ਵਰਖਾ ਪੈਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰ ਬੈਠ ਦਮਦਮੈ ਆਏ, ਕਹਿਓ ਗੁਰੂ ਅੱਖੀ ਦਿਖਾਏ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਠਿੰਡੇ ਵਿੱਚੋਂ ਦਿਓ ਨੂੰ ਕੱਢ ਕੇ, ਭਾਵ ਉੱਥੋਂ ਦੇ ਦੈਂਤਾਂ ਦਾ ਨਾਸ਼ ਕਰਕੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਲੋਕ ਦੈਂਤ ਬਣ ਗਏ ਸੀ ਜੀ। ਹੁਣ ਇਸ ਸਾਖੀ ਨੂੰ ਕਿਸੇ ਮਰਜ਼ੀ ਤਰੀਕੇ ਨਾਲ ਕਹਿ ਲਓ, ਲੋਕ ਵੀ ਦੈਂਤਾਂ ਵਰਗੇ ਹੁੰਦੇ ਆ ਨਾ, ਜਿਨ੍ਹਾਂ ਵਿੱਚੋਂ ਇਨਸਾਨੀਅਤ ਮਰ ਜਾਂਦੀ ਆ, ਉਹ ਜੀ ਉਹ ਦੈਂਤ ਨਹੀਂ ਜਿਉਂਦੇ ਜਾਗਦੇ। ਕਹਿੰਦੇ ਮਹਾਰਾਜ ਬੜੇ ਲੋਕਾਂ ਦਾ ਉਧਾਰ ਕਰਦੇ ਕਰਦੇ ਦੇਖੋ, ਮਹਾਰਾਜ ਕਹਿੰਦੇ ਦੇਖੇ ਇਹਾਂ ਆਵਗ ਦਰਿਆ। ਇੱਥੇ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਆਉਂਦੇ ਆ। ਕਹਿਓ ਗੁਰੂ ਉਨ ਅੱਖੀ ਦਿਖਾਏ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀਆਂ ਜਗ੍ਹਾ ਆਪਣੀਆਂ ਅੱਖਾਂ ਨਾਲ ਵੇਖੀਆਂ ਅਤੇ ਬਠਿੰਡੇ ਤੋਂ ਚੱਲ ਕੇ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਹਾਂ, ਲੋਕਾਂ ਦਾ ਉਧਾਰ ਕਰ ਰਹੇ ਹਨ। ਦੇਖੋ ਇਹਾਂ ਆਵਗ ਦਰਿਆਏ, ਭੂਮ ਭੁਵਗ ਯਹ ਮਾਲਵੈ ਆਏ। ਕਹਿੰਦੇ ਵੇਖੋ ਭਾਈ, ਤੁਹਾਡੇ ਤੇ ਕਿਰਪਾ ਹੋ ਜਾਵੇਗੀ, ਤੁਹਾਡੇ ਤੇ ਰਹਿਮਤ ਹੋ ਜਾਵੇਗੀ। ਤੁਸੀਂ ਜਿਹੜਾ ਵਾਤਾਵਰਨ ਦੀ ਸੰਭਾਲ ਕਰੋ, ਵਾਤਾਵਰਨ ਦੀ ਸੰਭਾਲ ਕਰੋਗੇ, ਦਰਖਤਾਂ ਦੀ ਸੰਭਾਲ ਕਰੋਗੇ, ਤੁਹਾਡੇ ਤੇ ਕਿਰਪਾ ਹੋ ਜਾਵੇਗੀ, ਵਰਖਾ ਆਵੇਗੀ। ਮਹਾਰਾਜ ਕਹਿੰਦੇ ਕਹਿਓ ਗੁਰ ਉਨ ਅੱਖੀਂ ਦਿਖਾਏ, ਦੇਖੇ ਇਹਾਂ ਆਵਗ ਦਰਿਆਏ, ਭੂਵਗ ਭੂਮ ਭੁਵਗ ਜਹ ਮਾਲਵੇ ਆਏ। ਕਹਿੰਦੇ ਭੂਮੀ ਧਰਤੀ ਭਿੱਜੇਗੀ, ਧਰਤੀ ਜਲ ਨਾਲ ਭਿੱਜ ਜਾਵੇਗੀ। ਕਹਿੰਦੇ ਸਤਲੁਜ ਆਵੇਗਾ ਮਾਲਵੇ ਦੇ ਵਿੱਚ, ਭਾਵ ਪਾਣੀ ਪਾਣੀ ਹੋ ਜਾਵੇਗਾ, ਜਲਹਰ ਹੋ ਜਾਵੇਗੀ। ਕਹਿੰਦੇ ਸੁਨ ਬਚ ਜੰਗਲ ਦੀਨੋ ਮੋੜ। ਕਹਿੰਦੇ ਜੰਗਲ ਦੇ ਜਿਹੜੇ ਜਿੱਥੇ ਜੰਗਲ ਲੱਗਿਆ, ਇਹ ਜੰਗਲ ਨੂੰ ਕੱਟਿਓ ਨਾ। ਭਾਵ ਜਿੰਨੀ ਵੀ ਤੁਸੀਂ ਦਰਖਤਾਂ ਦੀ ਸਾਂਭ ਸੰਭਾਲ ਕਰੋਗੇ, ਵਾਤਾਵਰਨ ਨੂੰ ਸਾਂਭੋਗੇ, ਕਹਿੰਦੇ ਮਹਾਰਾਜ ਕਹਿੰਦੇ ਵਰਖਾ ਤਾਂ ਆਪ ਹੀ ਆਵੇਗੀ। ਉਸ ਅਕਾਲ ਪੁਰਖ ਦੀ ਰਜਾ ਨੂੰ, ਕਿਰਪਾ ਨੂੰ ਸਮਝੋਗੇ, ਵਰਖਾ ਸਤਿਗੁਰੂ ਜੀ ਕਹਿੰਦੇ ਆਪ ਹੀ ਆ ਜਾਵੇਗੀ। ਇੱਥੇ ਮਹਾਰਾਜ ਕਹਿੰਦੇ ਇਹਨਾਂ ਦਰਖਤਾਂ ਨੂੰ ਸਾਂਭਣਾ ਬੜਾ ਜ਼ਰੂਰੀ ਹੈ। ਜੇ ਦਰਖਤਾਂ ਨੂੰ ਸਾਂਭੋਗੇ ਤਾਂ ਹੀ ਸਾਡੀ ਜ਼ਿੰਦਗੀ ਵਧੀਆ ਬਣ ਸਕਦੀ ਹੈ। ਕਿਉਂਕਿ ਮਾਲਵੇ ਦੇ ਲੋਕਾਂ ਨੂੰ ਸਤਿਗੁਰੂ ਮਹਾਰਾਜ ਵਚਨ ਵਿਲਾਸ ਕਰ ਰਹੇ ਹਨ। ਸੋਨਾ ਬਚ ਜੰਗਲਨ ਦੀਨੋ ਮੋੜ, ਜਲ ਜਾਓਗ ਕਲ ਆਪਣੀ ਠੋੜ। ਕਹਿੰਦੇ ਜਿਹੜੇ ਲੋਕ ਸੀ ਨਾ, ਕੁਝ ਵਿਚਾਰੇ ਅੜਬਜੇ ਲੋਕ ਵੀ ਸੀ, ਕੁਝ ਜ਼ਿਮੀਂਦਾਰ ਭਰਾ ਮਹਾਰਾਜ ਦੀ ਹਜ਼ੂਰੀ ਵਿੱਚ, ਕੋਈ ਕਿਸੇ ਸੁਭਾਅ ਦਾ ਮਾਲਕ ਆ, ਕੋਈ ਕਿਸੇ ਸੁਭਾਅ ਦਾ, ਕੋਈ ਥੋੜਾ ਉੱਚਾ ਬੋਲਣ ਵਾਲਾ, ਕੋਈ ਨੀਵਾਂ ਬੋਲਣ ਵਾਲਾ, ਕੋਈ ਹੌਲੀ ਬੋਲਦਾ, ਕੋਈ ਉੱਚਾ ਬੋਲਦਾ। ਕਿਉਂਕਿ ਜਦੋਂ ਸਤਿਗੁਰਾਂ ਕੋਲੋਂ ਕੁਝ ਮੰਗਣਾ ਹੋਵੇ ਨਾ ਜੀ, ਉਦੋਂ ਉੱਚਾ ਨਹੀਂ ਬੋਲਣਾ ਚਾਹੀਦਾ। ਉਦੋਂ ਸਾਡੇ ਵਿੱਚ ਨਿਮਰਤਾ, ਧੀਰਜ, ਟਿਕਾ, ਹਲੀਮੀ ਹੋਣੀ ਬੜੀ ਜ਼ਰੂਰੀ ਹੈ। ਉਹ ਵਿਚਾਰੇ ਅਨਪੜ੍ਹ ਜਿਹੇ ਲੋਕ ਸੀ ਵਿਚਾਰੇ, ਉਹਨਾਂ ਨੂੰ ਪਤਾ ਨਹੀਂ ਸੀ, ਜਿਵੇਂ ਮੂੰਹ 'ਚੋਂ ਆਉਂਦਾ ਬੋਲ ਦਿੰਦੇ ਸੀ। ਸਿੱਖ ਸੰਗਤਾਂ ਕਹਿੰਦੀਆਂ ਭਾਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਇਹਨਾਂ ਕੋਲੋਂ ਮੰਗਣਾ ਤਾਂ ਤੁਸੀਂ ਨਿਮਰਤਾ ਵਿੱਚ ਆਓ, ਟਿਕਾ ਵਿੱਚ ਆਓ। ਤੁਸੀਂ ਜਿਵੇਂ ਮੂੰਹ ਪਾੜ ਕੇ ਬੋਲੀ ਜਾਂਦੇ ਇਸ ਤਰ੍ਹਾਂ ਨਹੀਂ ਗੱਲ ਬਣਨੀ। ਮਹਾਰਾਜ ਇੱਥੇ ਕਹਿਣ ਲੱਗੇ ਸੁਨ ਬਚ ਜੰਗਲ ਦੀਨੋ ਮੋੜ। ਕਹਿੰਦੇ ਸਤਿਗੁਰਾਂ ਦਾ ਅੱਗੋਂ ਮੋੜ ਜਵਾਬ ਦਿੱਤਾ ਇਹਨਾਂ ਨੇ, ਅੱਗੋਂ ਉੱਤਰ ਦਿੰਦੇ ਹੋਏ ਸਤਿਗੁਰਾਂ ਨੂੰ, ਕਿਉਂਕਿ ਐਡੇ ਵਿਚਾਰੇ ਸਿਆਣੇ ਨਹੀਂ ਸੀ। ਮਹਾਰਾਜ ਕੋਈ ਗੱਲ ਕਹਿੰਦੇ ਆ, ਕੋਈ ਨਾ ਕੋਈ ਉੱਤਰ ਹੋਰ ਦੇ ਦਿੰਦੇ ਆ, ਕਾਲੇ ਪੈ ਜਾਂਦੇ ਆ, ਬੁੱਧੀ ਘੱਟ ਹੈ, ਅਕਲ ਨਹੀਂ। ਜਲ ਜਾਓ ਗੋ ਕਲ ਆਪਣੀ ਠੌਰ। ਕਿਉਂਕਿ ਬਾਰਿਸ਼ ਹੋਈ ਸੀ, ਦਰਿਆ ਵਾਂਗ ਪਾਣੀ ਖੜ ਗਿਆ ਸੀ। ਗੁਰੂ ਦੀ ਕਿਰਪਾ ਰਹਿਮਤ ਭਈ ਪਾਣੀ ਇੱਥੇ ਬਹੁਤ ਆ ਗਿਆ ਸੀ। ਇਹ ਜੰਗਲੀ ਲੋਕ ਕਹਿਣ ਲੱਗੇ ਇਹ ਪਾਣੀ ਕੱਲ੍ਹ ਨੂੰ ਆਪਣੀ ਜਗ੍ਹਾ ਚਲਿਆ ਜਾਵੇਗਾ। ਕਹਿੰਦੇ ਅੱਜ ਪਾਣੀ ਰੁਕੇਗਾ। ਮਹਾਰਾਜ ਕਹਿੰਦੇ ਭਾਈ ਜੇ ਤੁਸੀਂ ਵਾਤਾਵਰਨ ਦੀ ਸੰਭਾਲ ਕਰੋਗੇ, ਦਰਖਤਾਂ ਦੀ ਸੰਭਾਲ ਕਰੋਗੇ, ਜੰਗਲ ਲਾਵੋਗੇ,
ਕਹਿੰਦੇ ਤੁਹਾਡੇ ਇਲਾਕੇ ਵਿੱਚ ਬਰਖਾ ਦੀ ਕਦੇ ਘਾਟ ਨਹੀਂ ਪੈਣੀ। ਫਿਰ ਸਤਿਗੁਰ ਉਨ ਬਚਨ ਸੁਨਾਏ, ਹਮ ਚਾਹੇ ਮਾਲਵੇ ਬਣ ਆਏ। ਫਿਰ ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਮਾਲਵੇ ਦੇ ਲੋਕਾਂ ਨੂੰ ਇਸ ਤਰ੍ਹਾਂ ਵਚਨ ਕਰਦੇ ਹਨ, ਕਹਿੰਦੇ ਮਾਲਵਾ ਉਜੈਨ ਦਾ ਇਲਾਕਾ ਬਣਾ ਦੇਵਾਂਗੇ। ਉਜੈਨ ਦਾ ਇਲਾਕਾ ਬੜਾ ਵਧੀਆ ਇਲਾਕਾ ਹੈ ਜੀ। ਕਹਿੰਦੇ ਮਾਲਵੇ ਨੂੰ ਅਸੀਂ ਮਾਲੋ ਮਾਲ ਕਰ ਦਿਆਂਗੇ। ਇਸ ਇਲਾਕੇ ਨੂੰ ਜੀ ਪਛੜਿਆ ਵਰਗ ਕਹਿੰਦੇ ਮਾਲਵੇ ਦਾ ਇਲਾਕਾ। ਇੱਥੋਂ ਦੀ ਫਸਲਬਾੜੀ ਵੀ ਚੰਗੀ ਨਹੀਂ ਹੁੰਦੀ ਸੀ, ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਭਈ, ਤਾਂ ਕਰਕੇ ਸਭ ਕੁਝ ਹੈ ਜੀ। ਕਹਿੰਦੇ ਗੁਰੂ ਸਾਹਿਬ ਦੀ ਰਹਿਮਤ ਸਦਕਾ, ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਵਚਨ ਵਿਲਾਸ ਕਰਦੇ ਕਹਿਣ ਲੱਗੇ, ਕਹਿੰਦੇ ਇਸ ਇਲਾਕੇ ਤੇ ਇੰਨੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇਗੀ। ਕਹਿੰਦੇ ਭਾਈ ਮਿਹਨਤ ਕਰਦੇ ਰਹਿਓ, ਕਿਰਤ ਕਰਦੇ ਰਹਿਓ। ਕਹਿੰਦੇ ਇਸ ਮਾਲਵੇ ਦੇ ਇਲਾਕੇ ਨੂੰ ਅਸੀਂ ਮਾਲਾ ਮਾਲ ਕਰ ਦਿਆਂਗੇ। ਕਮਾਦ ਕਣਕ ਚਾਵਲ ਬਿਜਵਾਏ, ਸਰਹੰਦ ਭੂਮਕੀ ਬਰਕਤ ਜਮਾਏ। ਕਹਿੰਦੇ ਅਸੀਂ ਇੱਥੇ ਕਮਾਦ ਕਣਕ ਚਾਵਲ, ਉਸ ਵਕਤ ਦਾ ਜਿਹੜਾ ਚਾਰ ਕਹਿ ਲਓ ਜੀ, ਖਾਣ ਪੀਣ ਦਾ ਪ੍ਰਬੰਧ ਇਹੋ ਸੀ ਜੀ, ਇੱਥੇ ਵਿਜਵਾਵਾਂਗੇ। ਇਉਂ ਅਸੀਂ ਇਹ ਪਦਾਰਥ ਹੋਣ ਵਾਸਤੇ ਮਹਾਰਾਜ ਕਹਿੰਦੇ ਅਸੀਂ ਬਚਨ ਕਰਦੇ ਹਾਂ ਭਾਈ, ਜੇ ਮਿਹਨਤ ਕਰੋਗੇ ਸਾਰੀ ਖੇਤੀ ਤੁਹਾਡੀ ਵਧੀਆ ਹੋਵੇਗੀ। ਸਾਡੇ ਮਹਾਰਾਜ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਤੇ ਆਪਣਾ ਵਿਸ਼ਵਾਸ ਬਣਾਓ, ਤੁਹਾਨੂੰ ਖੁਸ਼ੀਆਂ ਮਿਲਣਗੀਆਂ। ਕਹਿੰਦੇ ਸਰਹੰਦ ਭੂਮਕੀ ਬਰਕਤ ਜਮਾਏ। ਕਹਿੰਦੇ ਸਰਹੰਦ ਦੀ ਧਰਤੀ ਜਿਹੜੀ ਬਰਕਤ ਹੈ ਨਾ, ਉਹੀ ਬਰਕਤ ਮੈਂ ਇੱਥੇ ਪੈਦਾ ਕਰ ਦਿਆਂਗਾ। ਜੇ ਤੁਸੀਂ ਮੇਰਾ ਆਖਾਂ ਮੰਨੋ, ਜੰਗਲ ਲਾ ਦਿਓ, ਦਰਖਤਾਂ ਦੀ ਕਟਾਈ ਨਾ ਕਰੋ, ਦਰਖਤਾਂ ਦੀ ਸਾਂਭ ਸੰਭਾਲ ਕਰੋ। ਕਹਿੰਦੇ ਜਿਹੜਾ ਸਰਹੰਦ ਵਿੱਚ ਬਰਕਤ ਹੈ, ਉਹ ਬਰਕਤ ਇੱਥੇ ਵੀ ਪੈਦਾ ਹੋ ਸਕਦੀ ਹੈ। ਤੋ ਡੱਲੇ ਸਿੰਘ ਮੋੜੀ ਬਾਤ, ਹਮ ਮੋਠ ਬਾਜਰੀ ਭਲੋ ਲਗਾਤ। ਹੁਣ ਮਹਾਰਾਜ ਜਿਹੜੀ ਗੱਲ ਕਰਦੇ ਸੀ ਪਹਿਲਾਂ, ਉਹ ਗੱਲ ਵੀ ਸੁਣਨੀ ਚਾਹੀਦੀ ਹੈ ਜੀ। ਮਹਾਰਾਜ ਕਹਿੰਦੇ ਤੁਹਾਡਾ ਇਲਾਕਾ ਉਪਜਾਊ ਹੋ ਜਾਊਗਾ, ਫਸਲਾਂ ਵਧੀਆ ਹੋਣਗੀਆਂ। ਗੱਲ ਨੂੰ ਤਾਂ ਤੁਸੀਂ ਮੰਨੋ। ਕਹਿੰਦੇ ਡੱਲਾ ਕਈ ਵਾਰ ਨਾ ਗੱਲ ਮੋੜ ਵੀ ਦਿੰਦਾ ਸੀ, ਕੋਈ ਨਾ ਕੋਈ ਉਹ ਗੱਲ ਕਹਿ ਦੇਣੀ, ਉਹਨੇ ਫੇਰ ਮੋੜ ਦੇਣੀ ਗੱਲ। ਮਹਾਰਾਜ ਸੁਣ ਲੈਂਦੇ ਸੀ, ਮਹਾਰਾਜ ਚੁੱਪ ਵੀ ਕਰ ਜਾਂਦੇ ਸੀ ਵੀ ਹੁਣ ਕੀ ਇਹਨੂੰ ਕੀ ਆਖਾਂ। ਕਹਿੰਦੇ ਡੱਲਾ ਕਹਿਣ ਲੱਗਿਆ, ਜਿਹਨੇ ਅੰਮ੍ਰਿਤ ਵੀ ਛਕ ਲਿਆ ਸੀ ਪਰ ਅਜੇ ਇੱਧਰ ਦਾ ਰਹਿਣ ਵਾਲਾ ਜਿਹੜਾ ਡੱਲਾ ਸੀ, ਸਤਿਗੁਰਾਂ ਜੀ ਨੂੰ ਉੱਤਰ ਦਿੰਦਾ ਹੈ। ਕਹਿੰਦੇ ਹਮ ਮੋਠ ਬਾਜਰੀ ਭਲੋ ਲਗਾਤ। ਮਹਾਰਾਜ ਅਸੀਂ ਤਾਂ ਕਹਿੰਦੇ ਮੇਵੇ ਕੀ ਕਰਨੇ ਆ, ਮਹਾਰਾਜ ਤਾਂ ਮੇਵੇ ਦੇ ਰਹੇ ਨੇ ਵੀ ਮੇਵੇ ਲਾ ਦੇਣੇ ਇੱਧਰ। ਸਾਨੂੰ ਤਾਂ ਮੋਠ ਬਾਜਰੇ ਦੀ ਖਿਚੜੀ ਹੋਵੇ, ਵਿੱਚ ਦਹੀਂ ਪਾਈ ਹੋਵੇ, ਕਹਿੰਦੇ ਅਸੀਂ ਖਾਈਏ, ਬੜਾ ਚੰਗਾ ਲੱਗੇ। ਅਸੀਂ ਤਾਂ ਮਹਾਰਾਜ ਨੂੰ ਕਹਿਣ ਲੱਗੇ ਅਸੀਂ ਕੀ ਕਰਨਾ ਇਹ ਸਭ ਕੁਝ, ਸਾਨੂੰ ਤਾਂ ਮੋਠ ਬਾਜਰਾ ਹੀ ਦੇ ਦਿਓ। ਇਹ ਭਾਈ ਡੱਲਾ ਮਹਾਰਾਜ ਨੂੰ ਵਚਨ ਕਰਦਾ ਹੈ। ਦੋਹਰਾ ਤੋ ਸਤਿਗੁਰ ਗੁੱਸੋ ਕੀਓ, ਤੁਮ ਮਾਰੇ ਜੰਗਲੀ ਥਾਏ, ਹਮ ਭੂਮ ਪਨਾਵਨ ਮਾਲਵਾ, ਨਿਹਾਲ ਜਾਵੇ ਤੁਮੈ ਕਰਾਏ। ਸਤਿਗੁਰੂ ਮਹਾਰਾਜ ਥੋੜਾ ਵੀਰ ਰਸ ਦੇ ਵਿੱਚ ਆਏ, ਡੱਲੇ ਨੂੰ ਕਹਿਣ ਲੱਗੇ, ਕਹਿੰਦੇ ਕੁਝ ਨਾਰਾਜ਼ਗੀ ਮਹਾਰਾਜ ਨੇ ਪ੍ਰਗਟ ਕੀਤੀ। ਕਹਿੰਦੇ ਜਾ ਡੱਲਿਆ, ਤੂੰ ਆ ਜੰਗਲ ਦੇ ਲੋਕ ਮਾਰੇ ਥਾਂ ਤੇ, ਉਹ ਅਸੀਂ ਇਹਨਾਂ ਨੂੰ ਪਦਾਰਥ ਦਿੰਦੇ ਹਾਂ, ਭਾਵ ਇਹਨਾਂ ਨੂੰ ਅਸੀਂ ਵਚਨ ਕੀਤਾ ਸੀ, ਇਹਨਾਂ ਨੂੰ ਜਲ ਵੀ, ਜਲ ਦਾ ਪਾਣੀ, ਜਲ ਦਾ ਪ੍ਰਬੰਧ ਕਰਕੇ ਦੇ ਦਿੱਤਾ, ਖੂਹ ਲਗਵਾ ਦਿੱਤੇ, ਤੂੰ ਸਭ ਕੁਝ ਹੀ ਮੋੜੀ ਜਾਂਦਾ। ਤੈਨੂੰ ਤਾਂ ਬਾਜਰੀ ਤੇ ਮੋਠ ਹੀ ਚਾਹੀਦਾ, ਇੱਥੇ ਤਾਂ ਧਰਤੀ ਉਪਜਾਊ ਹੋਊਗੀ, ਵਧੀਆ ਫਸਲਾਂ ਹੋਣਗੀਆਂ। ਕਹਿੰਦੇ ਤੂੰ ਸਭ ਕੁਝ ਮੋੜੀ ਜਾਂਦਾ। ਮੈਂ ਕਹਿ ਰਿਹਾ ਭਾਈ ਮਹਾਰਾਜ ਕਹਿੰਦੇ ਅਸੀਂ ਤਾਂ ਇਸ ਤਰ੍ਹਾਂ ਕਹਿੰਦੇ ਹਾਂ ਵੀ ਜੰਗਲ ਨੂੰ ਲਗਵਾਓ, ਵਰਖਾ ਵੀ ਹੋਵੇਗੀ, ਫਸਲਾਂ ਵਧੀਆ ਹੋਣਗੀਆਂ। ਜਿਹੜੀ ਧਰਤੀ ਉਪਜਾਊ ਹੈ ਉਹਦੇ ਵਿੱਚੋਂ ਤੁਸੀਂ ਕਣਕ ਪੈਦਾ ਕਰੋ, ਬਾਜਰਾ ਪੈਦਾ ਕਰੋ, ਮੋਠ ਪੈਦਾ ਕਰੋ, ਜੋ ਵੀ ਚੀਜ਼ ਦੀ ਲੋੜ ਆ ਹਰ ਇੱਕ ਚੀਜ਼ ਪੈਦਾ ਹੋਵੇਗੀ। ਕਹਿੰਦੇ ਹਮ ਭੂਮਨ ਬਨਾਵਨ ਮਾਲਵਾ, ਜਾਵੇ ਤੁਮੈ ਕਰਾਏ। ਕਹਿੰਦੇ ਅਸੀਂ ਧਰਤੀ ਨੂੰ, ਜਿਹੜਾ ਮਾਲਵਾ ਦੇਸ਼ ਹੈ ਸਾਡਾ ਇਲਾਕਾ, ਕਹਿੰਦੇ ਇਸ ਧਰਤੀ ਨੂੰ ਅਸੀਂ ਮਾਲੋ ਮਾਲ ਬਣਾਉਣਾ ਚਾਹੁੰਦੇ ਹਾਂ, ਉਜੈਨ ਦੀ ਧਰਤੀ ਵਰਗੀ ਧਰਤੀ ਬਣਾਉਣਾ ਚਾਹੁੰਦੇ ਹਾਂ। ਪਰ ਡੱਲਿਆ ਤੂੰ ਅੱਗੋਂ ਮੋੜਦੇ ਹੀ ਜਾਂਦਾ, ਆਹ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ। ਸਿੱਖ ਵੀ ਕਹਿਣ ਲੱਗੇ ਭਾਈ ਡੱਲਿਆ ਗੁਰੂ ਸਾਹਿਬ ਜੀ ਤਰੁੱਠੇ ਨੇ, ਗੁਰੂ ਸਾਹਿਬ ਦੀ ਕਿਰਪਾ ਰਹਿਮਤ ਵਰਤ ਰਹੀ ਹੈ, ਗੁਰੂ ਸਾਹਿਬ ਤੋਂ ਕੇਵਲ ਬਚਨ ਸੁਣੀ ਜਾਓ। ਮਹਾਰਾਜ ਜੋ ਵਚਨ ਕਰਦੇ ਨੇ, ਇਹ ਇੱਥੋਂ ਤੱਕ ਜਿਹੜਾ ਪ੍ਰਸੰਗ ਆਪਾਂ ਵਿਚਾਰਿਆ ਜੀ, ਇੱਥੋਂ ਤੱਕ ਦਾ ਜਿਹੜਾ ਪ੍ਰਸੰਗ ਗੁਰੂ ਸਾਹਿਬ ਜਦੋਂ ਮਾਲਵੇ ਦੀ ਸੰਗਤ ਸਤਿਗੁਰੂ ਜੀ ਕੋਲ ਆਉਂਦੀ ਹੈ ਕਿ ਮਹਾਰਾਜ ਕਿਰਪਾ ਕਰੋ ਸਾਡੀ ਫਸਲਾਂ ਹਰੀਆਂ ਭਰੀਆਂ ਹੋ ਜਾਣ, ਉਸ ਤੋਂ ਅੱਗੇ ਅਗਲਾ ਜਿਹੜਾ ਪ੍ਰਸੰਗ ਆ ਉਹਨੂੰ ਆਪਾਂ ਸ਼ੁਰੂ ਕਰਦੇ ਹਾਂ।
ਦੋਹਰਾ ਸਤਿਗੁਰ ਤਲਵੰਡੀ ਖੜੇ ਧਿਆਨ ਸੁਕੇਤ ਲਗਾਏ ਆਏ ਦਖਣਿਓ ਇੱਕ ਸਿੱਖ ਕਹੀ ਪਇਓ ਨੌ ਰੰਗ ਦੋਜ ਕਰਾਹੇ। ਹੁਣ ਅੱਗੇ ਜਿਹੜੀ ਸਾਖੀ ਚੱਲਦੀ ਹੈ, ਦਮਦਮਾ ਸਾਹਿਬ ਮਹਾਰਾਜ 9 ਮਹੀਨੇ ਕੁਝ ਸਮਾਂ ਠਹਿਰੇ ਆ ਜੀ, ਕੁਝ ਦਿਨ ਕਹਿ ਲਓ, 9 ਮਹੀਨਿਆਂ ਦਾ ਜ਼ਿਕਰ ਮਿਲਦਾ। ਮਹਾਰਾਜ ਦਮਦਮੇ ਤੋਂ ਚੱਲ ਕੇ ਦੱਖਣ ਵੱਲ ਜਾਂਦੇ ਆ, ਹਜੂਰ ਸਾਹਿਬ ਕਹਿ ਦਿੰਦੇ ਆਪਾਂ। ਅਬ ਦੱਖਣ ਕੇ ਤੁਰਨੇ ਕੀ ਸਾਖੀ, ਦੱਖਣ ਨੂੰ ਤੁਰਨਾ ਤੇ ਡੱਲੇ ਆਦਿਕ ਦਾ ਮੁੜਨਾ। ਜਦੋਂ ਮਹਾਰਾਜ ਦੱਖਣ ਵੱਲ ਜਾਂਦੇ ਨੇ, ਕੌਣ ਮੁੜੇ ਕੌਣ ਤੁਰੇ ਮਹਾਰਾਜ ਨਾਲ, ਕਿਹੜੇ ਮਹਾਰਾਜ ਨਾਲ ਨਿਭਦੇ ਨੇ, ਕਿਹੜੇ ਸਾਥ ਛੱਡ ਦਿੰਦੇ ਆ। ਕਹਿੰਦੇ ਸਤਿਗੁਰ ਤਲਵੰਡੀ ਖੜੇ ਧਿਆਨ ਸੁਕੇਤ ਲਗਾਏ। ਇੱਕ ਦਿਨ ਮਹਾਰਾਜ ਸਤਿਗੁਰੂ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਤਲਵੰਡੀ ਵਿਖੇ ਮਹਾਰਾਜ ਜੀ ਦੂਰ ਤਾਈਂ ਧਿਆਨ ਕੀਤਾ। ਆਏ ਦੱਖਣੋਂ ਇੱਕ ਸਿੱਖ ਕਹੀ ਪਇਓ ਨਰੰਗ ਦੋਜਕ ਰਾਹੇ। ਕਹਿੰਦੇ ਇੱਕ ਸਿੱਖ ਦੱਖਣ ਤੋਂ ਮਹਾਰਾਜ ਕੋਲ ਆਇਆ, ਦੱਖਣ ਦਿਸ਼ਾ ਤੋਂ ਚੱਲ ਕੇ ਮਹਾਰਾਜ ਨੂੰ ਖਬਰ ਦਿੱਤੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਆਂ ਵਾਲਿਆ, ਜਿਹੜਾ ਔਰੰਗਜ਼ੇਬ ਦੱਖਣ ਵਿੱਚ ਬੈਠਾ ਸੀ ਨਾ, ਫਰਮਾਨ ਜਾਰੀ ਕਰੀ ਜਾਂਦਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਖਬਰ ਇਹ ਹੈ ਪਾਤਸ਼ਾਹ ਜੀ ਆਪ ਜੀ ਦੇ ਜ਼ਫਰਨਾਮੇ ਨਾਲ, ਆਪ ਜੀ ਦੀ ਚਿੱਠੀ ਨਾਲ ਉਸ ਔਰੰਗੇ ਦਾ ਅੰਤ ਹੋ ਗਿਆ, ਦੋਜਕ ਵਿੱਚ ਪਿਆ, ਭਾਵ ਦੋਜਕ ਭੋਗ ਕੇ ਨਰਕ ਭੋਗ ਕੇ ਉਹ ਮਰਿਆ। ਮਹਾਰਾਜ ਇਹ ਮੈਂ ਤੁਹਾਨੂੰ ਖਬਰ ਦੇਣ ਵਾਸਤੇ ਆਇਆ ਵੀ ਜਿਹੜਾ ਜ਼ਫਰਨਾਮਾ ਤੁਸੀਂ ਅੱਧਾ ਕੁ ਜ਼ਫਰਨਾਮਾ ਪੜ੍ਹਿਆ ਸੀ, ਉਹਨੇ ਪੂਰਾ ਜ਼ਫਰਨਾਮਾ ਪੜ੍ਹਨਾ ਪਾਇਆ। ਪਹਿਲੀ ਜਿਹੜਾ ਔਰੰਗਾ ਸੀ ਪਹਿਲੀ ਫੌਤ ਹੋ ਗਿਆ। ਚੌਪਈ ਸੁਣ ਸਤਿਗੁਰ ਯੋ ਬਚਨ ਉਚਾਰੇ, ਸੁਣ ਲੜਾਏ ਸੁਧ ਦਇਆ ਮਾਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਗੁਰੂ ਸਿੱਖ ਤੋਂ ਔਰੰਗੇ ਦਾ ਜਦੋਂ ਮਰਨਾ ਸੁਣਿਆ ਨਾ ਮਹਾਰਾਜ ਨੇ, ਸਤਿਗੁਰੂ ਜੀ ਵਚਨ ਕਰਦੇ ਉਸ ਲੜਾਏ ਸੁਧ ਦਇਆ ਮਾਰੇ। ਮਹਾਰਾਜ ਕਹਿਣ ਲੱਗੇ ਉਸ ਔਰੰਗੇ ਨੇ ਬਹੁਤ ਮਾੜਾ ਕੀਤਾ ਹੈ, ਉਹਨੂੰ ਕੀਤੇ ਦੀ ਸਜ਼ਾ ਮਿਲ ਚੁੱਕੀ ਹੈ। ਕਹਿੰਦੇ ਜੇ ਉਹਦੇ ਖਾਨਦਾਨ ਵਿੱਚ ਉਹਦੇ ਪੁੱਤਰ ਵੀ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਕਰੇਗਾ ਨਾ ਜਿਵੇਂ ਔਰੰਗੇ ਨੇ ਕੀਤਾ, ਕਹਿੰਦੇ ਫਿਰ ਅਸੀਂ ਉਹਦੇ ਨਾਲ ਦੋ ਹੱਥ ਕਰਾਂਗੇ, ਜੰਗ ਦੇ ਮੈਦਾਨ ਵਿੱਚ ਉਹਨਾਂ ਨੂੰ ਵੇਖਾਂਗੇ, ਅਸੀਂ ਕਿਸੇ ਨੂੰ ਜ਼ੁਲਮ ਕਰਨ ਨਹੀਂ ਦਿੰਦੇ। ਇੱਥੇ ਮਹਾਰਾਜ ਕਹਿਣ ਲੱਗੇ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਹਾਂ ਨਾ ਜ਼ੁਲਮ ਕਰਨਾ ਹੈ ਨਾ ਜ਼ੁਲਮ ਸਹਿਣਾ ਹੈ। ਮਹਾਰਾਜ ਨੇ ਕਿਹਾ ਨਾ, ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਬੈਠੇ ਆ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ। ਨਾ ਕਿਸੇ ਤੋਂ ਡਰਨਾ ਨਾ ਤੇ ਨਾ ਕਿਸੇ ਨੂੰ ਡਰਾਉਣਾ ਹੈ, ਸਿੱਖ ਨੂੰ ਇਹ ਮਹਾਰਾਜ ਵਚਨ ਕਰਦੇ ਆ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਔਰੰਗੇ ਦੀ ਕੁਲ ਵਿੱਚੋਂ ਔਰੰਗੇ ਦੇ ਪਰਿਵਾਰ ਵਿੱਚੋਂ ਕੋਈ ਵਧੀਕੀ ਕਰੇਗਾ, ਕਹਿੰਦੇ ਅਸੀਂ ਉਹਦੇ ਨਾਲ ਵੀ ਘੱਟ ਨਹੀਂ ਗੁਜ਼ਾਰਾਂਗੇ, ਕਹਿੰਦੇ ਉਹਨੂੰ ਜ਼ੁਲਮ ਕਰਨ ਤੋਂ ਰੋਕਾਂਗੇ, ਠੱਲ ਪਾਵਾਂਗੇ। ਇਸ ਤਰ੍ਹਾਂ ਮਹਾਰਾਜ ਵਚਨ ਉਚਾਰ ਰਹੇ ਹਨ। ਅਬ ਦੱਖਣ ਕੀ ਕਰੀਏ ਚੜਾਈ, ਇਮ ਸਿੰਘਨ ਗੁਰ ਉਚਰ ਸੁਨਾਈ। ਕਹਿੰਦੇ ਹੁਣ ਦੱਖਣ ਦਿਸ਼ਾ ਦੀ ਚੜ੍ਹਾਈ ਕਰ ਦਈਏ, ਉਧਰ ਨੂੰ ਕੂਚ ਕਰੀਏ ਭਾਈ ਸੰਗਤ ਜੀ। ਮਹਾਰਾਜ ਕਹਿਣ ਲੱਗੇ ਇਮ ਸਿੰਘਨ ਗੁਰ ਉਚਰ ਸੁਨਾਈ, ਇਉਂ ਸਿੰਘਾਂ ਨੇ ਸਤਿਗੁਰੂ ਜੀ ਨੂੰ ਉਚਾਰ ਕੇ ਸੁਣਾਇਆ ਹੈ। ਦੋਹਰਾ ਸਤਿਗੁਰ ਆਖਿਓ ਟਲ ਸਿੰਘਾ, ਚੱਲ ਤੂੰ ਹਮਰੇ ਨਾਲ, ਤੁਮਕੋ ਦਿੱਲੀ ਪਤ ਕਰੋ ਓ ਪਤ ਦਿੱਲੀ ਗਾਲ। ਮਹਾਰਾਜ ਸਤਿਗੁਰੂ ਜੀ ਨੇ ਜਦੋਂ ਤਿਆਰੀ ਕਰ ਲਈ ਨਾ ਦਮਦਮਾ ਸਾਹਿਬ ਤੋਂ ਜਾਣ ਦੀ, ਕਿਉਂਕਿ ਨੇੜੇ ਕੌਣ ਸੀ ਜਿਆਦੇ, ਡੱਲਾ ਸੀ, ਭਾਈ ਡੱਲਾ ਜੀ, ਡੱਲਾ ਸਿੰਘ। ਮਹਾਰਾਜ ਕਹਿਣ ਲੱਗੇ ਜਦੋਂ ਤਿਆਰੀ ਕਰ ਲਈ, ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਚੱਲ ਡੱਲਿਆ ਤੈਨੂੰ ਨਾਲ ਲੈ ਜਾਈਏ ਫਿਰ। ਮਹਾਰਾਜ ਕਹਿਣ ਲੱਗੇ ਡੱਲਾ ਸਿੰਘ ਤੂੰ ਵੀ ਸਾਡੇ ਨਾਲ ਚੱਲ। ਕਹਿੰਦੇ ਦਿੱਲੀ ਦੇ ਪਤ ਬਾਦਸ਼ਾਹ ਨੂੰ ਤਾਂ ਗਾਲ ਦੇਣਾ, ਉਸ ਦਾ ਛੱਡਣਾ ਨਹੀਂ, ਉਹਨੂੰ ਛੱਡਣਾ ਨਹੀਂ ਹੈ। ਤੂੰ ਬੜੀਆਂ ਗੱਲਾਂ ਕਰਦਾ ਸੀ ਵੀ ਜਿਨ੍ਹਾਂ ਨੇ ਮਹਾਰਾਜ ਤੁਹਾਡੇ ਨਾਲ ਇਹ ਪਾਪ ਕੀਤਾ, ਜਿਨ੍ਹਾਂ ਨੇ ਤੁਹਾਡੇ ਤੇ ਜ਼ੁਲਮ ਢਾਇਆ, ਕਹਿੰਦੇ ਆ ਜਾ ਤੈਨੂੰ ਉਹਨਾਂ ਕੋਲ ਲੈ ਕੇ ਚੱਲੀਏ। ਫਿਰ ਅੱਗੇ ਸਾਖੀ ਅੱਗੇ ਵੀ ਆਵੇਗੀ, ਕਿਉਂਕਿ ਥੋੜ੍ਹਾ ਜਿਹਾ ਡੱਲਾ ਥੋੜ੍ਹੀਆਂ ਜਿਹਾ ਫੜਾ ਜ਼ਿਆਦਾ ਮਾਰਦਾ ਸੀ ਜੀ। ਮਹਾਰਾਜ ਜੇ ਮੈਂ ਤੁਹਾਡੇ ਨਾਲ ਹੁੰਦਾ ਤੁਹਾਡੇ ਨਾਲ ਇਹ ਨਾ ਵਾਪਰਦਾ, ਜੇ ਮੇਰੇ ਸਿਪਾਹੀ ਨਾਲ ਹੁੰਦੇ ਤੁਹਾਡੇ ਨਾਲ ਇਹ ਨਾ ਵਾਪਰਦਾ। ਮਹਾਰਾਜ ਕਹਿੰਦੇ ਡੱਲਿਆ ਇੰਨਾ ਹੰਕਾਰ ਨਹੀਂ ਕਰੀਦਾ, ਜਿੰਨੇ ਵੀ ਗਰੀਬ ਤੋਂ ਗਰੀਬ ਸਿੱਖ ਮੇਰੇ ਨਾਲ ਖੜੇ ਨੇ, ਮੇਰੇ ਨਾਲ ਰਹੇ ਨੇ, ਉਹ ਵਿਚਾਰੇ ਮੇਰੇ ਤੋਂ ਭੱਜੇ ਨਹੀਂ, ਉਹਨਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ, ਆਪਣਾ ਘਰ ਘਾਟ ਛੱਡ ਕੇ ਉਹ ਮੇਰੇ ਕੋਲ ਚੱਲ ਕੇ ਆ ਗਏ।
ਉਹ ਤਾਂ ਮੇਰੇ ਪੁੱਤਰ ਸੀ, ਮੇਰੇ ਬੱਚੇ ਸੀ ਡੱਲਿਆ, ਕੋਈ ਗੱਲ ਨਹੀਂ, ਲੋੜ ਪਵੇਗੀ ਤਾਂ ਤੈਨੂੰ ਪਰਖ ਲਵਾਂਗੇ। ਮਹਾਰਾਜ ਨੇ ਪਰਖਿਆ ਵੀ ਡੱਲਾ ਜੀ। ਫਿਰ ਮਹਾਰਾਜ ਕਹਿਣ ਲੱਗੇ ਚੱਲ ਡੱਲਿਆ ਦਿੱਲੀ ਪਤ ਚੱਲੀਏ, ਦਿੱਲੀ ਪਤ ਨਾਲ ਤੇਰੀ ਮੁਲਾਕਾਤ ਕਰਾ ਦੇਵਾਂ। ਦਿੱਲੀ ਦੇ ਉਸ ਫੌਜਾਂ ਨੇ ਵੀ ਬਹੁਤ ਘਾਣ ਕੀਤਾ ਨਾ ਆਨੰਦਪੁਰ ਦਾ। ਆ ਡੱਲਿਆ ਤੇਰੀ ਕੋਈ ਮੁਲਾਕਾਤ ਕਰਾ ਦਈਏ, ਤੇਰੀ ਜਾਣ ਪਛਾਣ ਕਰਾ ਦਈਏ। ਕਹਿੰਦੇ ਕਹੀ ਇੱਥੇ ਤੁਮ ਦਿੱਲੀ ਪਤ ਕਰੋ ਔ ਪਤ ਦਿੱਲੀ ਗਾਲਾ। ਇੱਥੇ ਕਹਿ ਰਹੇ ਨੇ ਆਓ ਦਿੱਲੀ ਪਤ, ਦਿੱਲੀ ਦੇ ਬਾਦਸ਼ਾਹ ਨਾਲ ਸਾਡੇ ਨਾਲ ਚੱਲ, ਤਖਤ ਤਾਜ ਦਾ ਮਾਲਕ ਤੈਨੂੰ ਬਣਾ ਦਈਏ। ਚੌਪਈ ਡਿੱਗ ਟੱਲੇ ਥੋ ਖੜੋ ਲਗ ਭਰਾਤ, ਕਹੀ ਟੱਲੇ ਵੜ ਮੋੜ ਮੁਖ ਬਾਤ। ਕਹਿੰਦੇ ਢਿੱਗਦਾਰ ਥਾਂ ਨੇੜੇ ਡੱਲੇ ਦਾ ਛੋਟਾ ਭਰਾ ਖੜਿਆ ਸੀ ਜਿਹਦਾ ਨਾਂ ਸੀ ਭਾਈ ਮੱਲਾ। ਹੁਣ ਡੱਲੇ ਨੂੰ ਕਹਿਣ ਲੱਗਿਆ, ਝੱਟ ਬੋਲਿਆ, ਕਿਉਂ ਤੂੰ ਗੱਲਾਂ ਵਿੱਚ ਆਈ ਜਾਂਦਾ? ਪਹਿਲਾਂ ਆਪਦੇ ਪੁੱਤਰ ਸ਼ਹੀਦ ਕਰਵਾ ਲਏ, ਹੁਣ ਤੈਨੂੰ ਵੀ ਮਰਵਾ ਦਿਓ। ਇਹ ਗੱਲ ਕਹੀ ਜੀ ਡੱਲੇ ਦੇ ਭਰਾ ਨੇ। ਉਹ ਸਾਰੀ ਜਿਹੜੀ ਵਾਰਤਾ ਚੱਲੂਗੀ ਉਹ ਕੱਲ ਦੇ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਨੀ। ਇਸ ਚੌਪੀ ਦੀ ਦੁਬਾਰਾ ਪੜਾਂਗੇ ਆਪਾਂ, ਕਿਵੇਂ ਉਹ ਜਿਹੜਾ ਡੱਲੇ ਦਾ ਭਰਾ ਕੁਝ ਨਾ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਹਿ ਦਿੰਦਾ ਡੱਲੇ ਨੂੰ ਕਿ ਵੇਖੀ ਕਿਤੇ ਮਾਰਿਆ ਨਾ ਜਾਵੀਂ ਸਤਿਗੁਰੂ ਜੀ ਨਾਲ ਜਾ ਕੇ। ਉਹ ਸਾਰੀਆਂ ਵਿਚਾਰਾਂ ਲੜੀ ਦੇ ਵਿੱਚ ਰਹਿ ਕੇ ਕੱਲ ਦੇ ਦੀਵਾਨਾਂ ਵਿੱਚ ਕਰਨੀਆਂ ਨੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।